ਹੈਲੋ ਸਟੂਡੈਂਟਸ। ਹਾਂਜੀ, ਸਾਡਾ ਟੌਪਿਕ ਪੰਜਾਬ ਦੇ ਜਿਹੜੇ ਮਨੁੱਖੀ ਸ਼ਕਤੀ ਸਾਧਨ ਨੇ ਉਹ ਕੀ ਨੇ, ਉਹਨਾਂ ਦੀ ਕੀ ਕੁਆਲਿਟੀ ਹੈ, ਕੀ ਸਾਡੇ ਕੋਲ ਕੁਆਂਟਿਟੀ ਹੈ। ਠੀਕ ਹੈ, ਜੇ ਅਸੀਂ ਸਿੰਪਲ ਦੇਖੀਏ ਇਕਨੋਮਿਕਸ ਦੇ ਵਿੱਚ ਤਾਂ ਸਾਡੇ ਕੋਲ ਦੋ ਤਰ੍ਹਾਂ ਦੀ ਕੈਪੀਟਲ ਹੁੰਦੀ ਹੈ ਰਾਜੇ, ਇੱਕ ਫਿਜ਼ੀਕਲ ਕੈਪੀਟਲ ਅਤੇ ਇੱਕ ਹਿਊਮਨ ਕੈਪੀਟਲ। ਠੀਕ, ਫਿਜ਼ੀਕਲ ਤਾਂ ਆ ਜਾਂਦੇ ਸਾਡੇ ਭੌਤਿਕ ਸਾਧਨ ਅਤੇ ਹਿਊਮਨ ਕੈਪੀਟਲ 'ਚ ਆ ਜਾਂਦੇ ਸਾਡੇ ਮਨੁੱਖੀ ਸਾਧਨ। ਠੀਕ ਹੈ, ਤਾਂ ਹੁਣ ਇਸੇ ਚੈਪਟਰ 'ਚ ਅਸੀਂ ਕੀ ਕਰਨੇ ਆ, ਮਨੁੱਖੀ ਸਾਧਨ ਨੇ ਜਿਹੜੇ ਉਹ ਸਟੱਡੀ ਕਰਨੇ ਨੇ। ਔਰ ਇਹਦੇ ਵਿੱਚ ਜਿਹੜਾ ਹੈ ਅਸੀਂ ਸਟੱਡੀ ਕਰਨੇ ਨੇ ਦੋ ਆਸਪੈਕਟ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਕੁਆਂਟੀਟੇਟਿਵ ਅਤੇ ਦੂਸਰਾ ਅਸੀਂ ਕਰਨਾ ਕੁਆਲੀਟੇਟਿਵ। ਕੁਆਲੀਟੇਟਿਵ, ਠੀਕ ਹੈ, ਕੁਆਲੀਟੇਟਿਵ ਆਸਪੈਕਟ। ਹੁਣ ਇਹਦੇ ਵਿੱਚ ਕੀ ਹੈ, ਜਿਹੜਾ ਕੁਆਂਟੀਟੇਟਿਵ ਆ ਉਹਦੇ 'ਚ ਤਾਂ ਅਸੀਂ ਦੇਖਾਂਗੇ ਕਿ ਸਾਡੇ ਪੰਜਾਬ ਦੇ ਵਿੱਚ ਪਾਪੂਲੇਸ਼ਨ ਕਿੰਨੀ ਹੈ, ਬਰਥ ਰੇਟ ਕੀ ਹੈ, ਡੈਥ ਰੇਟ ਕੀ ਹੈ। ਠੀਕ ਹੈ, ਯਾਨੀ ਕਿ ਨੰਬਰ ਫੋਰਮ ਦੇ ਵਿੱਚ ਕੀ ਸਾਡੇ ਕੋਲ ਅਵੇਲੇਬਲ ਆ, ਕਿੰਨੇ ਮੇਲ ਨੇ, ਕਿੰਨੇ ਫੀਮੇਲ ਨੇ, ਚਾਈਲਡ ਜਿਹੜੇ ਹੈਗੇ ਨੇ, ਅਡਲਟ ਗਰੁੱਪ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਉਹ ਕਿੰਨੇ ਕਿੰਨੇ ਨੇ। ਠੀਕ ਹੈ, ਔਰ ਜਿਹੜਾ ਸਾਡਾ ਕੁਆਲੀਟੇਟਿਵ ਹੈ ਉਹਦੇ 'ਚ ਅਸੀਂ ਦੇਖਾਂਗੇ ਕਿ ਜਿਵੇਂ ਲਿਟਰੇਸੀ ਰੇਟ ਕਿੰਨੀ ਹੈ, ਸਾਖਰਤਾ ਦਰ ਕਿੰਨੀ ਹੈ। ਠੀਕ ਹੈ, ਸਾਡੀ ਜਿਹੜੀ ਹੈ ਬਰਥ ਰੇਟ ਕੀ ਹੈ, ਡੈਥ ਰੇਟ ਕੀ ਹੈ, ਸਾਡੇ ਹੈਲਥ ਫੈਸਿਲਿਟੀਜ਼ ਕਿੰਨੀਆਂ ਨੇ, ਉਹ ਸਾਰੀਆਂ ਚੀਜ਼ਾਂ ਅਸੀਂ 1 ਬਾਏ 1 ਅੱਜ ਦੇ ਲੈਕਚਰ 'ਚ ਡਿਸਕਸ ਕਰਨੀਆਂ ਨੇ। ਫਸਟ ਆਫ ਆਲ ਪਹਿਲਾਂ ਅਸੀਂ ਕਰਦੇ ਹਾਂ ਕੁਆਂਟੀਟੇਟਿਵ ਆਸਪੈਕਟ ਕਰਾਂਗੇ, ਫਿਰ ਕੁਆਲੀਟੇਟਿਵ। ਕੁਆਂਟੀਟੇਟਿਵ 'ਚ ਫਸਟ ਪੁਆਇੰਟ ਆਉਂਦਾ ਸਾਡਾ ਸਾਈਜ਼ ਐਂਡ growth of population। ਇਹਦੇ ਵਿੱਚ ਅਸੀਂ ਇਹ ਦੇਖਣਾ ਕਿ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਸੈਂਸਸ 2011 ਦੇ ਅਕੋਰਡਿੰਗ ਕਿੰਨੀ ਸੀ ਅਤੇ ਉਸ ਤੋਂ ਪਹਿਲਾਂ ਕਿੰਨੀ ਸੀ, ਉਹ ਚੀਜ਼ਾਂ ਵੀ ਅਸੀਂ ਦੇਖਾਂਗੇ। ਤਾਂ ਜੇ ਅਸੀਂ 2011 ਦੇ ਸੈਂਸਸ ਜਾਂ ਜਨਗਣਨਾ ਦੀ ਗੱਲ ਕਰੀਏ ਤਾਂ ਉਦੋਂ ਸਾਡੇ ਪੰਜਾਬ ਦੀ ਪਾਪੂਲੇਸ਼ਨ 2.77 ਕਰੋੜ ਸੀ। ਠੀਕ, ਜੇ ਅਸੀਂ ਇਹਦਾ ਸ਼ੇਅਰ ਪੂਰੇ ਇੰਡੀਆ ਦੇ ਵਿੱਚ ਦੇਖੀਏ ਕਿ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਆ ਪੂਰੇ ਇੰਡੀਆ ਦੇ ਵਿੱਚ ਕਿੰਨਾ ਸ਼ੇਅਰ ਹੈ ਇਸ ਦਾ, ਦੈਟ ਇਜ਼ 2.3%। ਔਰ ਜੇ ਅਸੀਂ ਜਿਹੜਾ ਹੈ ਸਟੇਟ ਦੀ ਜਿਹੜੀ ਹੈ ਨੰਬਰ ਦੀ ਗੱਲ ਕਰੀਏ ਕਿ ਕਿੰਨਵੇਂ ਨੰਬਰ 'ਤੇ ਹੈ ਪੰਜਾਬ ਪਾਪੂਲੇਸ਼ਨ ਦੇ ਪੱਖੋਂ ਸਾਰੀਆਂ ਸਟੇਟਸ ਦੇ ਵਿੱਚੋਂ, ਤਾਂ ਪੰਜਾਬ ਦਾ ਨੰਬਰ ਹੈਗਾ 15ਵਾਂ ਸਥਾਨ ਹੈ। ਇਸ ਤੋਂ ਪਹਿਲਾਂ 14 ਹੋਰ ਸਟੇਟਸ ਨੇ ਜਿਨ੍ਹਾਂ ਦੀ ਪਾਪੂਲੇਸ਼ਨ 2.77 ਕਰੋੜ ਤੋਂ ਜ਼ਿਆਦਾ ਹੈ, ਔਰ ਪੰਜਾਬ ਆ ਜਿਹੜਾ ਉਹ 15th ਨੰਬਰ 'ਤੇ ਆ ਜਿਹੜਾ ਰਹਿੰਦਾ ਹੈ। ਉਸ ਤੋਂ ਬਾਅਦ ਥੋੜ੍ਹੇ ਜਿਹੇ ਹੋਰ ਫੈਕਟ ਦਿੱਤੇ ਨੇ ਇਹਦੇ ਵਿੱਚ ਕਿ ਜਿਹੜੀ ਪੰਜਾਬ ਦੀ ਪਾਪੂਲੇਸ਼ਨ ਆ ਉਹ ਮਿਆਂਮਾਰ, ਜਿਹੜਾ ਸਾਡਾ ਈਸਟਰਨ ਸਟੇਟਸ ਨੇ ਉਸ ਸਾਈਡ ਸਾਡਾ ਜਿਹੜਾ ਹੈ ਕੰਟਰੀ ਹੈ, ਤਾਂ ਉਸ ਦੇ ਬਰਾਬਰ ਸਾਡੀ ਜਿਹੜੀ ਪੰਜਾਬ ਦੀ ਪਾਪੂਲੇਸ਼ਨ ਹੈਗੀ ਆ ਮਿਆਂਮਾਰ ਦੇ। ਠੀਕ ਹੈ, ਜਿਹਨੂੰ ਪਹਿਲਾਂ ਬਰਮਾ ਵੀ ਕਹਿੰਦੇ ਸੀ ਅਸੀਂ। ਸੌਰੀ ਰਾਜੇ, ਸਕਰੀਨ ਆਫ ਹੋ ਗਈ ਸੀ ਮੇ ਬੀ। ਤਾਂ ਮਿਆਂਮਾਰ ਦੇ ਜਿਹੜਾ ਹੈ ਇਕੁਅਲ ਮਿਆਂਮਾਰ, ਠੀਕ ਹੈ, ਉਹਦੇ ਇਕੁਅਲ ਸਾਡੀ ਪਾਪੂਲੇਸ਼ਨ ਆ। ਜੇ ਅਸੀਂ ਹੋਰ ਗੱਲ ਕਰੀਏ ਤਾਂ ਕਿ ਮੋਰ ਦੈਨ ਆਸਟ੍ਰੇਲੀਆ, ਸ਼੍ਰੀਲੰਕਾ ਐਂਡ ਈਸਟਰਨ ਜਰਮਨੀ। ਠੀਕ ਹੈ, ਇਹਨਾਂ ਤੋਂ ਵੀ ਸਾਡੀ ਜਿਹੜੀ ਹੈ ਜਨਸੰਖਿਆ ਕੀ ਹੈ, ਜ਼ਿਆਦਾ ਹੈ। ਉਸ ਤੋਂ ਬਾਅਦ ਸਾਡੇ ਜਿਹੜਾ ਹੈ ਸਾਨੂੰ ਪਾਪੂਲੇਸ਼ਨ ਦੀ ਗਰੋਥ ਰੇਟ ਦਿੱਤੀ ਹੈ, ਵਾਧਾ ਦਰ ਦਿੱਤੀ ਹੋਈ ਹੈ, ਬੜਾ ਸੋਹਣਾ ਜਿਹਾ ਟੇਬਲ ਬਣਾਇਆ। ਇਹ 'ਚ ਲਿਖਿਆ ਕਿ 1911 ਦੇ ਵਿੱਚ 1911 ਦੇ ਵਿੱਚ ਜਿਹੜੀ ਪਾਪੂਲੇਸ਼ਨ ਗਰੋਥ ਸੀਗੀ ਉਹ -1.1% ਸੀ, ਕਿਉਂਕਿ ਹਰ 10 ਸਾਲਾਂ ਬਾਅਦ ਸੈਂਸਸ ਹੁੰਦਾ। ਤਾਂ 1901 ਦੇ ਵਿੱਚ ਜਿਹੜਾ ਸੈਂਸਸ ਹੋਇਆ ਸੀ ਉਹਦੇ ਤੋਂ 1911 ਤੱਕ ਜਾਂਦੇ ਜਾਂਦੇ ਜਿਹੜੀ ਪਾਪੂਲੇਸ਼ਨ ਦੇ ਵਿੱਚ ਇਨਕਰੀਜ਼ ਹੋਇਆ ਸੀ ਉਹ ਇਨਕਰੀਜ਼ ਜਸਟ ਸਾਡਾ -1.1 ਦਾ ਸੀ। ਠੀਕ ਹੈ, ਮੀਨਜ਼ ਨੈਗੇਟਿਵ ਦੇ ਵਿੱਚ ਸੀ। ਬਹੁਤ ਸਾਰੇ ਕਾਰਨ ਸੀ ਉਹਦੇ, ਉਦੋਂ ਜਿਹੜਾ ਹੈ ਇੰਨੀਆਂ ਜਿਹੜੀਆਂ ਹੈਲਥ ਫੈਸਿਲਿਟੀਜ਼ ਅੱਛੀਆਂ ਨਹੀਂ ਹੁੰਦੀਆਂ ਸੀ। ਬਾਕੀ ਜਿਹੜਾ ਹੈ ਜੇ ਅਸੀਂ ਗੱਲ ਕਰੀਏ ਇਸ ਨੂੰ ਈਅਰ ਆਫ ਗ੍ਰੇਟ ਡਿਮਾਈਨ ਵੀ ਕਿਹਾ ਜਾਂਦਾ ਫॉर ਪੰਜਾਬ। ਈਅਰ ਆਫ
ग्रेट डिवाइन, ਜਾਂ ਡਿਵਾਈਡ, ਠੀਕ ਹੈ। ਈਅਰ ਆਫ ਗ੍ਰੇਟ ਡਿਵਾਈਡ ਕਿਉਂ ਕਿਹਾ ਜਾਂਦਾ, ਕਿਉਂਕਿ ਇਸ ਤੋਂ ਬਾਅਦ ਪਾਪੂਲੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈ ਡਿਫਰੈਂਸ, ਜਿਵੇਂ ਆਪਾਂ ਕਹਿ ਲਈਏ ਪਹਿਲਾਂ ਵੱਧਦੀ ਜਾ ਰਹੀ ਸੀ, ਹੁਣ ਇੱਥੇ ਡਿਕਰੀਜ਼ ਹੀ ਹੋ ਗਈ। ਜੇ ਅਸੀਂ ਇਹ ਤਾਂ ਸੀਗਾ ਪੰਜਾਬ ਦਾ ਈਅਰ ਆਫ ਗ੍ਰੇਟ ਡਿਵਾਈਡ। ਜੇ ਈਅਰ ਆਫ ਗ੍ਰੇਟ ਡਿਵਾਈਡ ਅਸੀਂ ਇੰਡੀਆ ਦੀ ਗੱਲ ਕਰੀਏ, ਉਹ ਬਣਦਾ ਸਾਡਾ 1921 ਦੇ ਵਿੱਚ। ਇਹ ਤੁਹਾਨੂੰ ਜਿਹੜੀ ਐਕਸਪਲੇਨੇਸ਼ਨ ਦਿੱਤੀ ਹੋਈ ਆ ਬੁੱਕਸ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਜੇ ਅਸੀਂ ਦੇਖੀਏ 1921 ਦੇ ਵਿੱਚ ਜਿਹੜਾ ਹੈ ਇਨਕਰੀਜ਼ ਉਹ 0.6 ਦਾ ਰਿਹਾ, 0.6% ਦਾ ਰਿਹਾ। ਉਸ ਤੋਂ ਬਾਅਦ ਇੱਕ ਚੀਜ਼ ਆਉਂਦੀ ਹੈ 1951। 1951 ਤੋਂ ਪਹਿਲਾਂ 1941 ਦੇ ਵਿੱਚ ਸੈਂਸਸ ਹੋਏ ਸੀ, 31 'ਚ ਵੀ ਹੋਏ ਸੀ, 1931 ਦੇ ਵਿੱਚ ਵੀ। ਪਰ ਉਹ ਚੀਜ਼ਾਂ ਮੈਂ ਸਿਰਫ ਉਹੀ ਆਪਾਂ ਇੱਥੇ ਡਿਸਕਸ ਕਰਾਂਗੇ ਜਿਹੜੀਆਂ ਜ਼ਿਆਦਾ ਇੰਪੋਰਟੈਂਟ ਹੈਗੀਆਂ ਨੇ, ਠੀਕ ਹੈ। 1951 ਦੇ ਵਿੱਚ ਜਿਹੜਾ ਸੀਗਾ, ਉਦੋਂ ਵੀ ਗਰੋਥ ਰੇਟ ਆ ਜਿਹੜੀ ਉਹ 0.5 ਸੀ, -0.5 ਸੀ। ਤਾਂ ਹੁਣ ਇਹਦੇ 'ਚ ਅਸੀਂ ਇਹ ਦੇਖ ਸਕਦੇ ਹਾਂ ਕਿ ਜਿਹੜੀ ਪਾਪੂਲੇਸ਼ਨ ਹੈ ਇੱਥੇ ਵੀ ਘਟੀ ਸੀ, ਅਤੇ 1911 ਦੇ ਵਿੱਚ ਵੀ ਘਟੀ ਸੀ। ਇਹਦਾ ਇੱਥੇ ਜਿਹੜਾ ਕਾਰਨ ਸੀਗਾ ਉਹ ਸੀਗਾ ਸਾਡਾ ਭਾਰਤ ਦੀ ਵੰਡ, ਜਾਂ ਕਹਿ ਲਈਏ ਪੰਜਾਬ ਦੀ ਵੰਡ, ਠੀਕ ਹੈ। ਡਿਵਾਈਡ ਹੋ ਗਿਆ ਸੀ ਪੰਜਾਬ, ਅਤੇ ਜਿਹੜੀ ਬਹੁਤ ਸਾਰੇ ਸਾਡੀ ਪਾਪੂਲੇਸ਼ਨ ਆ ਦੂਸਰੇ ਜਿਹੜਾ ਹੈ ਪਾਕਿਸਤਾਨ ਪੰਜਾਬ ਦੇ ਵਿੱਚ ਚਲੀ ਗਈ ਸੀ। ਉਸ ਤੋਂ ਬਾਅਦ ਲਗਾਤਾਰ ਕੰਟੀਨਿਊਸਲੀ ਸਾਡੀ ਜਿਹੜੀ ਪਾਪੂਲੇਸ਼ਨ ਆ ਉਹ ਇਨਕਰੀਜ਼ ਹੁੰਦੀ ਰਹੀ ਹੈ। 61 ਦੀ ਗੱਲ ਕਰ ਲਈਏ, 71 ਦੀ ਕਰ ਲਈਏ, ਦੋਨਾਂ ਹੀ ਡਿਕੇਡਸ ਦੇ ਵਿੱਚ 2.2% ਦਾ ਇਨਕਰੀਜ਼ ਰਿਹਾ। ਉਸ ਤੋਂ ਬਾਅਦ ਜੇ ਅਸੀਂ 2001 ਤੋਂ ਲੈ ਕੇ 2011 ਦੀ ਗੱਲ ਕਰੀਏ, 2001 ਦੇ ਵਿੱਚ ਸਾਡੇ ਕੋਲ ਪਾਪੂਲੇਸ਼ਨ ਸੀ 243.6 ਲੱਖ। ਜੇ ਅਸੀਂ 2011 ਦੀ ਗੱਲ ਕਰੀਏ, ਇੱਥੇ ਸਾਡੇ ਕੋਲ ਸੀ 277 ਲੱਖ ਜਾਂ 2.77 ਕਰੋੜ, ਠੀਕ ਹੈ। ਔਰ ਜੇ ਇਹਦੇ 'ਚ ਗਰੋਥ ਦੀ ਗੱਲ ਕਰੀਏ 2001 ਤੋਂ ਲੈ ਕੇ 2011 ਦੇ ਵਿੱਚ ਤੱਕ ਜਿਹੜਾ ਪਰਸੈਂਟੇਜ ਗਰੋਥ ਹੋਈ ਸੀ ਉਹ ਸੀਗੀ +1.3, ਯਾਨੀ ਕਿ ਇੱਕ ਡਿਕੇਡ ਦੇ ਵਿੱਚ 1.3 ਪਾਪੂਲੇਸ਼ਨ ਆ ਜਿਹੜੀ ਉਹ ਇਨਕਰੀਜ਼ ਹੋ ਗਈ ਸੀ। ਨੈਕਸਟ ਆਉਂਦਾ ਰਾਜੇ ਸਾਡੇ ਕੋਲ ਕਾਜ਼ਸ ਆਫ ਗਰੋਥ ਆਫ ਪਾਪੂਲੇਸ਼ਨ, ਠੀਕ ਹੈ। ਇਹ ਮਤਲਬ ਪਾਪੂਲੇਸ਼ਨ ਇਨਕਰੀਜ਼ ਹੋਣ ਦੇ ਪੰਜਾਬ ਦੇ ਵਿੱਚ ਕੀ ਕਾਰਨ ਨੇ। ਫਸਟ ਹੈ, ਦੋ ਹੀ ਕਾਰਨ ਹੁੰਦੇ ਨੇ ਰਾਜੇ ਜੇ ਅਸੀਂ ਜਰਨਲ ਜੇ ਗੱਲ 'ਚ ਦੇਖੀਏ, ਕਿ ਜਾਂ ਤਾਂ ਸਾਡੀ ਬਰਥ ਰੇਟ ਬਹੁਤ ਜ਼ਿਆਦਾ ਅਤੇ ਡੈਥ ਰੇਟ ਸਾਡੀ ਬਹੁਤ ਘੱਟ ਆ, ਠੀਕ ਹੈ। ਜਾਂ ਕਹਿ ਲਈਏ ਕਿ ਇਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਬਹੁਤ ਜ਼ਿਆਦਾ ਹੈ, ਬਰਥ ਰੇਟ ਬਹੁਤ ਜ਼ਿਆਦਾ ਵੱਧ ਰਹੀ ਹੈ ਔਰ ਡੈਥ ਰੇਟ ਬਹੁਤ ਜ਼ਿਆਦਾ ਘਟਦੀ ਜਾ ਰਹੀ ਹੈ। ਇਹਨਾਂ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹੀ ਸਾਡਾ ਜਿਹੜਾ ਹੈ ਕਾਰਨ ਬਣਦਾ ਪਾਪੂਲੇਸ਼ਨ ਦੇ ਵਿੱਚ ਜ਼ਿਆਦਾ ਗਰੋਥ ਦਾ। ਜੇ ਦੋਨੋਂ ਬਰਾਬਰ ਹੋਣਗੇ ਤਾਂ ਸਾਡੀ ਪਾਪੂਲੇਸ਼ਨ ਕੌਨਸਟੈਂਟ ਰਹੇਗੀ। ਜੇ ਸਾਡਾ ਡੈਥ ਰੇਟ ਜ਼ਿਆਦਾ ਹੋਏਗਾ ਔਰ ਬਰਥ ਰੇਟ ਘੱਟ ਹੋਏਗਾ ਤਾਂ ਸਾਡੀ ਪਾਪੂਲੇਸ਼ਨ ਡਿਕਰੀਜ਼ ਹੋਏਗੀ। ਹੁਣ ਜੇ ਬਰਥ ਰੇਟ ਦੀ ਅਸੀਂ ਗੱਲ ਕਰਦੇ ਹਾਂ ਤਾਂ ਬਰਥ ਰੇਟ ਕਿੰਨੀ ਆ ਪੰਜਾਬ ਦੇ ਵਿੱਚ, ਲੇਟੈਸਟ ਅਸੀਂ ਗੱਲ ਕਰਾਂਗੇ 2016, ਵੈਸੇ ਤਾਂ 2001 ਦੀ ਅਸੀਂ ਗੱਲ ਕਰੀਏ, ਇੱਥੇ ਜਿਹੜੀ ਬਰਥ ਰੇਟ ਆ BR ਬਰਥ ਰੇਟ ਹੁੰਦੀ ਹੈ ਰਾਜੇ ਜਿਹੜਾ ਹੈ ਕਿ ਇੱਕ ਸਾਲ ਦੇ ਵਿੱਚ ਪਰ 1000 ਪੀਪਲ ਦੇ ਲਈ ਜਾਂ ਉਹਨਾਂ ਦੇ ਪਿੱਛੇ ਕਿੰਨੇ ਬੱਚੇ ਜਨਮ ਲੈਂਦੇ ਨੇ, ਠੀਕ ਹੈ। ਮੀਨਜ਼ 1000 ਦੇ ਪਿੱਛੇ ਕਿੰਨੇ ਬੱਚੇ ਇੱਕ ਸਾਲ ਦੇ ਵਿੱਚ ਜਨਮ ਲੈਂਦੇ ਨੇ, ਤਾਂ ਉਹ ਸਾਡੀ ਹੈਗੀ ਆ ਪਰ ਜਿਹੜਾ ਹੈ ਪਰ 1000 ਦੇ ਵਿੱਚ ਸਾਨੂੰ ਡਾਟਾ ਦਿੱਤਾ ਹੋਇਆ, ਠੀਕ, ਕਿਉਂਕਿ ਆਪਾਂ ਪ੍ਰਤੀ 1000 ਦੀ ਗੱਲ ਕੀਤੀ ਹੈ ਉੱਪਰ। 2001 ਦੇ ਵਿੱਚ ਇਹ ਸੀਗੀ ਰਾਜੇ 21.5%। 2016 ਦੇ ਵਿੱਚ, ਕਿਉਂਕਿ ਜਿਹੜਾ ਹੈ ਡਾਟਾ ਤਾਂ ਟਾਈਮ ਟੂ ਟਾਈਮ ਕਲੈਕਟ ਕਰਦੇ ਹੀ ਰਹਿੰਦੇ ਹਾਂ, ਉਦੋਂ ਸੀਗੀ 14.9%। ਇਸ ਤੋਂ ਇਲਾਵਾ ਇਹ ਪੇਂਡੂ ਅਤੇ ਸ਼ਹਿਰੀ ਖੇਤਰ ਦੀ ਅਲੱਗ-ਅਲੱਗ ਵੀ ਦਿੱਤੀ ਗਈ ਆ। 2001 ਦੇ ਵਿੱਚ ਜੇ ਅਸੀਂ ਰੂਰਲ ਏਰੀਏ ਦੀ ਗੱਲ ਕਰੀਏ ਤਾਂ ਰੂਰਲ ਏਰੀਏ 'ਚ ਬਰਥ ਰੇਟ ਸੀਗੀ 22.5, ਯਾਨੀ ਕਿ 22 ਤੋਂ 23 ਬੱਚੇ ਜਿਹੜੇ ਪਰ 1000 ਬਰਥ ਲੈਂਦੇ ਸੀ। ਜੇ ਸ਼ਹਿਰੀ ਦੀ ਗੱਲ ਕਰੀਏ, ਅਰਬਨ ਏਰੀਆ ਦੀ ਗੱਲ ਕਰੀਏ ਤਾਂ ਉੱਥੇ 18.6 ਸੀ, ਯਾਨੀ ਕਿ ਉੱਥੇ ਘੱਟ ਸੀ, ਅਤੇ ਟੋਟਲ ਸਾਡੇ ਕੋਲ ਸੀ 21.5 ਜਿਹੜਾ ਕਿ ਉੱਪਰ ਮੈਂ ਲਿਖਿਆ ਸੀ। ਉਸ ਤੋਂ ਬਾਅਦ ਜੇ ਅਸੀਂ 2016 ਦੀ ਗੱਲ ਕਰੀਏ
ਤਾਂ ਜਿਹੜਾ ਰੂਰਲ ਏਰੀਆ ਉੱਪਰੋਂ ਮੈਂ ਲਿਖਿਆ ਉਹਦੇ 'ਚ ਸੀਗੀ 15.6। ਜੇ ਅਰਬਨ ਦੀ ਗੱਲ ਕਰੀਏ ਤਾਂ ਇੱਥੇ ਸੀਗੀ 14.1%। ਔਰ ਜੇ ਟੋਟਲ ਗੱਲ ਕਰੀਏ ਤਾਂ ਸਾਡੇ ਕੋਲ ਸੀਗੀ 14.9%। ਇਹ ਸੀਗੀਆਂ ਬਰਥ ਰੇਟ ਸਾਡੇ ਕੋਲ। ਉਸ ਤੋਂ ਬਾਅਦ ਡੈਥ ਰੇਟ ਹੈ। ਡੈਥ ਰੇਟ ਵੀ ਉਹੀ ਹੈ ਰਾਜੇ ਕਿ ਪਰ 1000 ਕਿੰਨੇ ਪਰਸਨ ਦੀ ਡੈਥ ਹੁੰਦੀ ਆ 1 ਸਾਲ ਦੇ ਅੰਦਰ। ਠੀਕ, ਤਾਂ ਉਹਦੇ ਵਿੱਚ ਹੈ 2001 ਦੇ ਵਿੱਚ ਜਿਹੜੀ ਸਾਡੀ ਡੈਥ ਰੇਟ ਹੈ, ਇਹਦੇ 'ਚ ਵੀ ਰੂਰਲ ਅਤੇ ਅਰਬਨ ਅਤੇ ਟੋਟਲ ਤਿੰਨ ਜਿਹੜੇ ਆਸਪੈਕਟ ਤੋਂ ਦਿੱਤੀ ਜਾਂਦੀ ਹੈ। ਰੂਰਲ ਦੇ ਵਿੱਚ 7.9 ਸੀ, ਅਰਬਨ ਦੇ ਵਿੱਚ 6.1 ਸੀ। ਹੁਣ ਇਹ ਧਿਆਨ ਰੱਖਿਓ ਕਿ ਡੈਥ ਰੇਟ ਆ ਜਿਹੜੀ ਉਹ ਅਰਬਨ ਦੇ ਵਿੱਚ ਘੱਟ ਹੈ, ਔਰ ਜਿਹੜੀ ਬਰਥ ਰੇਟ ਆ ਉਹ ਵੀ ਅਰਬਨ ਦੇ ਵਿੱਚ ਕੀ ਹੈ, ਘੱਟ ਹੈ। ਉਸ ਤੋਂ ਬਾਅਦ ਟੋਟਲ ਜਿਹੜੀ ਸਾਡੀ ਡੈਥ ਰੇਟ ਹੈ ਉਹ ਬਣ ਜਾਂਦੀ ਹੈ ਐਵਰੇਜ 7.3। ਜੇ 2016 ਦਾ ਡਾਟਾ ਲੈ ਕੇ ਚੱਲੀਏ ਅਸੀਂ, ਇਹਦੇ 'ਚ ਸੀਗੀ ਸਾਡੇ ਕੋਲ ਰੂਰਲ ਦੀ ਜਿਹੜੀ ਡੈਥ ਰੇਟ ਹੈ ਦੈਟ ਇਜ਼ 6.9, ਔਰ ਅਰਬਨ ਦੀ ਜਿਹੜੀ ਹੈ 5.1, ਐਂਡ ਜਿਹੜੀ ਟੋਟਲ ਸਾਡੀ ਡੈਥ ਰੇਟ ਹੈ ਦੈਟ ਇਜ਼ 6.0, ਜਿਹੜੀ ਹੈ ਟੋਟਲ ਪਾਪੂਲੇਸ਼ਨ ਦੇ ਵਿੱਚ ਗਰੋਥ। ਇਸ ਤੋਂ ਇਲਾਵਾ ਇਹਦੇ ਵਿੱਚ ਲਿਖਿਆ ਰਾਜੇ ਕਿ ਜਿਹੜੀ ਪੰਜਾਬ ਦੇ ਵਿੱਚ ਸਾਡੀ ਡੈਥ ਰੇਟ ਹੈ ਉਹ ਓਵਰਆਲ ਇੰਡੀਆ ਨਾਲੋਂ ਕੀ ਹੈ, ਉਹਦੀ ਐਵਰੇਜ ਨਾਲੋਂ ਕੀ ਹੈ, ਘੱਟ ਹੈ। ਉਸੇ ਤਰ੍ਹਾਂ ਪੇਂਡੂ ਖੇਤਰ ਦੇ ਵਿੱਚ ਜ਼ਿਆਦਾ ਹੈ ਡੈਥ ਰੇਟ, ਔਰ ਸ਼ਹਿਰੀ ਖੇਤਰ ਦੇ ਵਿੱਚ ਘੱਟ ਹੈ। ਜੇ ਅਸੀਂ ਓਵਰਆਲ ਵਾਧੇ ਦੀ ਗੱਲ ਕਰੀਏ ਬਰਥ ਰੇਟ ਅਤੇ ਡੈਥ ਰੇਟ ਨੂੰ ਦੇਖਦੇ ਹੋਏ, ਤਾਂ ਉਹਦੇ ਕੁਛ ਕੁ ਪੁਆਇੰਟ ਸਾਡੇ ਸਾਹਮਣੇ ਆਉਂਦੇ ਨੇ। ਪਹਿਲਾ ਹੈ ਕਿ ਸਾਡੀ ਜਿਹੜੀ ਬਰਥ ਰੇਟ ਹੈ ਉਹ ਘੱਟ ਹੈ। ਜਿਵੇਂ ਇੱਥੇ ਮੈਂ ਲਿਖਿਆ ਕਿ ਸਾਡੀ ਜਿਹੜੀ ਬਰਥ ਰੇਟ ਹੈ ਪੰਜਾਬ ਦੇ ਵਿੱਚ ਦੈਟ ਇਜ਼ 21.5 ਔਰ 14.9 ਲੇਟੈਸਟ। ਠੀਕ ਹੈ, ਸਾਡੀ ਜਿਹੜੀ ਬਰਥ ਰੇਟ ਹੈ ਉਹ ਤਾਂ 14.9 ਹੈ, ਜਿਹੜੀ ਇੰਡੀਆ ਦੀ ਹੈ ਉਹਦੇ 'ਚ 20.4 ਹੈ, ਯਾਨੀ ਕਿ ਉਹਦੇ ਨਾਲੋਂ ਸਾਡੀ ਜਿਹੜੀ ਬਰਥ ਰੇਟ ਹੈ ਉਹ ਕੀ ਹੈ, ਘੱਟ ਹੈ। ਇਹਦੇ ਇੱਕ ਜਿਹੜੇ ਨੇ ਆਪਾਂ ਕਹਿੰਦੇ ਨੇ ਕੀ ਪੁਆਇੰਟਸ ਨੇ ਸਾਡੇ ਐਨਾਲਿਸਿਸ ਦੇ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀ ਸਾਡੀ ਡੈਥ ਰੇਟ ਹੈ ਉਹ ਵੀ ਕੰਟੀਨਿਊਸਲੀ ਪਿਛਲੇ ਸਾਲਾਂ ਤੋਂ ਘਟਦੀ ਜਾ ਰਹੀ ਆ। ਇਹਨਾਂ ਨੇ ਲਿਖਿਆ ਕਿ 1971 ਦੇ ਵਿੱਚ ਸਾਡੀ ਜਿਹੜੀ ਡੈਥ ਰੇਟ ਸੀਗੀ 1971 ਦੇ ਵਿੱਚ ਦੈਟ ਇਜ਼ 11.4, ਜਿਹੜੀ ਹੁਣ ਹੈ ਇਹ 6% ਆ ਜਿਹੜੀ ਉਹ ਘੱਟ ਗਈ ਆ ਪਹਿਲਾਂ ਨਾਲੋਂ। ਇਹਦੇ ਕਈ ਕਾਰਨ ਨੇ, ਕਿਉਂਕਿ ਹੁਣ ਜਿਹੜੀਆਂ ਹੈਲਥ ਫੈਸਿਲਿਟੀਜ਼ ਪਹਿਲਾਂ ਨਾਲੋਂ ਜ਼ਿਆਦਾ ਹੋ ਗਈਆਂ। ਪਹਿਲਾਂ ਜੇ ਅਸੀਂ ਗੱਲ ਕਰੀਏ ਤਾਂ 71 ਦੇ ਵਿੱਚ ਇੰਨੀਆਂ ਜ਼ਿਆਦਾ ਹੈਲਥ ਫੈਸਿਲਿਟੀਜ਼ ਨਹੀਂ ਹੁੰਦੀਆਂ ਸੀ ਸਾਡੇ ਕੋਲ, ਆਪਾਂ ਨੂੰ ਪਤਾ ਹੀ ਆ। ਠੀਕ ਹੈ, ਜਰਨਲ ਜੀ ਗੱਲ ਹੈ ਇਹ। ਉਸ ਤੋਂ ਬਾਅਦ ਹੈ ਕਿ ਜਿਹੜੀ ਇਨਫੈਂਟ ਮੋਰੈਲਿਟੀ ਰੇਟ ਹੈ ਜਾਂ ਬੱਚਾ ਮੌਤ ਦਰ ਹੈ, ਮੀਨਸ ਜਿਹੜਾ ਨਿਊ ਬੋਰਨ ਬੇਬੀ ਹੁੰਦਾ ਉਹ ਜਨਮ ਲੈਂਦੇ ਹੀ ਜਿਹਦੀ ਡੈਥ ਹੋ ਜਾਂਦੀ ਆ। ਠੀਕ ਹੈ, ਉਸ ਪੱਖੋਂ ਵੀ ਪੰਜਾਬ ਦੇ ਵਿੱਚ ਜਿਹੜੀ ਹੈ ਸੁਧਾਰ ਹੋਇਆ, ਉਹ ਹੁਣ ਘਟ ਗਈ ਆ ਪਹਿਲਾਂ ਦੇ ਮੁਕਾਬਲੇ। ਪਹਿਲਾਂ 80,000 ਜਿਹੜਾ ਹੈ ਮੌਤ ਦਰ 80 ਪ੍ਰਤੀ ਹਜ਼ਾਰ ਸੀ, ਹੁਣ ਉਹ 2016 ਦੇ ਵਿੱਚ ਘਟ ਕੇ 21 ਰਹਿ ਗਈ ਆ। ਦੇਖੋ 80 ਤੋਂ ਸਿੱਧਾ 21 'ਤੇ ਆ ਜਾਣਾ, ਕਿੰਨਾ ਡਿਕਲਾਈਨ ਹੈ। ਠੀਕ ਹੈ, ਤਾਂ ਇਹ ਪੋਜ਼ੀਟਿਵ ਪੱਖ ਨੇ। ਨੈਕਸਟ ਹੈ ਸਾਡੇ ਕੋਲ ਸੈਕਸ ਰੇਸ਼ੋ, ਪੁਰਸ਼ ਇਸਤਰੀ ਅਨੁਪਾਤ। ਠੀਕ ਹੈ, ਇਹ ਕੀ ਹੁੰਦਾ ਰਾਜੇ ਸਾਡਾ ਰੇਸ਼ੋ ਰੈਫਰਸ ਟੂ ਦਾ ਨੰਬਰ ਆਫ ਫੀਮੇਲ ਪਰ 1000 ਮੇਲ, ਕਿ 1000 ਪਿੱਛੇ ਕਿੰਨੀਆਂ ਜਿਹੜੀਆਂ ਇਸਤਰੀਜ਼ ਹੁੰਦੀਆਂ ਨੇ। ਤਾਂ ਜੇ ਇਹਦੇ 'ਚ ਅਸੀਂ ਦੇਖੀਏ ਇੰਡੀਆ ਦਾ 2011 ਦੇ ਸੈਂਸਸ ਦੇ ਅਕੋਰਡਿੰਗ ਤਾਂ ਦੈਟ ਇਜ਼ 940। ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਇਹ ਘੱਟ ਹੈ। ਠੀਕ ਹੈ, ਬਰਥ ਰੇਟ ਡੈਥ ਰੇਟ ਵੀ ਘੱਟ ਸੀ ਅਤੇ ਇਹ ਵੀ ਘੱਟ ਹੈ, ਜਦੋਂ ਕਿ ਇਹ ਇੱਕ ਨੈਗੇਟਿਵ ਜਿਹੜਾ ਹੈ ਪੁਆਇੰਟ ਹੈ ਸਾਡੇ ਲਈ। 893 ਹੈ, ਔਰ ਇਸ ਤੋਂ ਘੱਟ ਸਿਰਫ ਇੱਕ ਹੀ ਸਾਡਾ ਜਿਹੜਾ ਹੈ ਸਟੇਟ ਆਉਂਦੀ ਹੈ ਜਿਹਦੀ ਇਸ ਤੋਂ ਘੱਟ ਹੈ, ਦੈਟ ਇਜ਼ ਹਰਿਆਣਾ। ਔਰ ਸਭ ਤੋਂ ਜ਼ਿਆਦਾ ਕੇਰਲਾ ਦੇ ਵਿੱਚ ਆ। ਕੇਰਲਾ ਦੇ ਵਿੱਚ ਦੈਟ ਇਜ਼ 1084। ਇਹਦਾ ਮਤਲਬ ਕੀ ਆ, ਕੇਰਲਾ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਪਾਈ ਜਾਂਦੀ ਹੈ ਜਿੰਨੀ ਸਾਨੂੰ ਜ਼ਰੂਰਤ ਹੈ। ਠੀਕ, ਨੈਕਸਟ ਹੈ ਸਾਡੇ ਕੋਲ ਰਾਜੇ, ਇਹ ਸੀਗੀ ਕੇਰਲਾ ਦੀ ਸੀਗੀ। ਉਸ ਤੋਂ ਇਲਾਵਾ ਹਰਿਆਣਾ,
ਜੰਮੂ ਕਸ਼ਮੀਰ, ਸਿੱਕਮ, ਇਹਦੇ ਵਿੱਚ ਜਿਹੜੀ ਹੈ ਸੈਕਸ ਰੇਸ਼ੋ ਉਹ ਪੰਜਾਬ ਦੀ ਸੈਕਸ ਰੇਸ਼ੋ ਤੋਂ ਵੀ ਕੀ ਹੈ, ਬਹੁਤ ਜ਼ਿਆਦਾ ਘੱਟ ਹੈ। ਔਰ ਜੇ ਅਸੀਂ ਵਿਦਨ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਹੈ ਹੁਸ਼ਿਆਰਪੁਰ, ਵਿੱਚ ਸਭ ਤੋਂ ਜ਼ਿਆਦਾ ਹੈ, ਅਤੇ ਬਠਿੰਡਾ ਦੇ ਵਿੱਚ ਜਿਹੜਾ ਹੈ ਇਹ ਰੇਸ਼ੋ ਸਭ ਤੋਂ ਘੱਟ ਹੈ। ਹੁਸ਼ਿਆਰਪੁਰ 'ਚ ਸਭ ਤੋਂ ਵੱਧ ਔਰ ਬਠਿੰਡਾ ਦੇ ਵਿੱਚ ਸਭ ਤੋਂ ਘੱਟ ਹੈ। ਉਸ ਤੋਂ ਬਾਅਦ ਹੈ ਲਿਟਰੇਸੀ ਰੇਟ ਜਾਂ ਸਾਖਰਤਾ ਅਨੁਪਾਤ। ਇਹਦੇ ਵਿੱਚ ਕੀ ਹੈ ਰਾਜੇ, ਹਰ ਜਿਹੜੀ ਰੇਸ਼ੋ ਹੈ ਉਹ ਅਸੀਂ ਪਰ 1000 ਦੇ ਵਿੱਚ ਹੀ ਲਵਾਂਗੇ, ਔਰ ਇਹਦੇ 'ਚ ਵੀ ਅਸੀਂ ਇਹੀ ਦੇਖਣਾ ਕਿ ਨੰਬਰ ਆਫ ਪੀਪਲ ਹੂ ਕੈਨ ਰੀਡ ਐਂਡ ਰਾਈਟ ਪਰ 100 ਪਰਸਨਸ। ਪਰ ਇੱਥੇ ਕੀ ਹੋ ਗਿਆ ਸਾਡਾ, ਪਰ 100 ਪਰਸਨ ਜਿਹੜੇ ਲਿਖ ਵੀ ਸਕਦੇ ਨੇ ਅਤੇ ਪੜ੍ਹ ਵੀ ਸਕਦੇ ਆ, ਪੀਪਲ ਹੂ ਕੈਨ ਰੀਡ ਐਂਡ ਰਾਈਟ। ਜੇ ਅਸੀਂ ਲਿਟਰੇਸੀ ਰੇਟ ਦੀ ਗੱਲ ਕਰੀਏ ਇੰਡੀਆ ਦੇ ਵਿੱਚ, ਕਿਉਂਕਿ ਆਪਾਂ ਲਿਖਣ ਲੱਗੇ ਇਹਨੂੰ ਇੰਡੀਆ ਨਾਲ ਕੰਪੇਅਰ ਕਰਾਂਗੇ ਜਾਂ ਇਹ ਦੇਖਾਂਗੇ ਕਿ ਇਸ ਤੋਂ ਵੱਧ ਕਿੱਥੇ ਆ ਅਤੇ ਇਸ ਤੋਂ ਘੱਟ ਕਿੱਥੇ ਆ, ਠੀਕ ਹੈ। ਇੰਡੀਆ ਦੇ ਵਿੱਚ ਜਿਹੜੀ ਲਿਟਰੇਸੀ ਰੇਟ ਹੈ ਰਾਜੇ ਇਹ ਹੈਗੀ 74.04%। ਇਹਨੂੰ ਅਸੀਂ ਰੂਰਲ ਅਰਬਨ ਕਰਕੇ ਵੀ ਦੇਖਾਂਗੇ, ਮੇਲ ਫੀਮੇਲ ਦੇ ਰੂਪ ਦੇ ਵਿੱਚ ਵੀ ਦੇਖਾਂਗੇ। ਪਹਿਲਾਂ ਓਵਰਆਲ ਦੇਖ ਲਈਏ। ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ 'ਚ ਹੈਗੀ ਹੈ ਸਾਡੇ ਕੋਲ 76.7। ਔਰ ਹੁਣ ਇਹਦੇ 'ਚ ਇਹ ਦੇਖੋ ਕਿ ਜਿਹੜਾ ਸਾਡੀ ਇੱਥੇ ਲਿਟਰੇਸੀ ਰੇਟ ਹੈ ਉਹ ਸਾਡੀ ਇੰਡੀਆ ਦੀ ਲਿਟਰੇਸੀ ਰੇਟ ਤੋਂ ਜ਼ਿਆਦਾ ਹੈ, ਔਰ ਸਾਰੀਆਂ ਸਟੇਟਸ ਦੇ ਵਿੱਚ 10th ਪੋਜੀਸ਼ਨ 'ਤੇ ਹੈ ਪੰਜਾਬ ਲਿਟਰੇਸੀ ਰੇਟ ਦੇ ਵਿੱਚ 2011 ਦੇ ਸੈਂਸਸ ਦੇ ਅਕੋਰਡਿੰਗ, ਠੀਕ। ਇਸ ਤੋਂ ਉੱਪਰ 9 ਸਟੇਟਸ ਨੇ, 10ਵੇਂ ਨੰਬਰ 'ਤੇ ਇਹ ਹੈ, ਔਰ ਇਸ ਤੋਂ ਘੱਟ ਵੀ ਨੇ ਹਰਿਆਣਾ, ਮੱਧ ਪ੍ਰਦੇਸ਼, ਯੂਪੀ, ਉਹਨਾਂ ਦੇ ਵਿੱਚ ਇਸ ਤੋਂ ਘੱਟ ਹੈ। ਔਰ ਜੇ ਸਭ ਤੋਂ ਜ਼ਿਆਦਾ ਅਸੀਂ ਲਿਟਰੇਸੀ ਰੇਟ ਦੀ ਗੱਲ ਕਰੀਏ ਤਾਂ ਉਹ ਕਿੱਥੇ ਪਾਈ ਜਾਂਦੀ ਹੈ, ਕੇਰਲਾ ਦੇ ਵਿੱਚ ਪਹਿਲੇ ਨੰਬਰ 'ਤੇ, ਦੂਸਰੇ ਨੰਬਰ 'ਤੇ ਮਹਾਰਾਸ਼ਟਰਾ, ਠੀਕ ਹੈ, ਥੋੜ੍ਹਾ ਚੰਗੀ ਤਰ੍ਹਾਂ ਇੱਥੇ ਲਿਖਿਆ ਨਹੀਂ ਗਿਆ, ਤਾਮਿਲਨਾਡੂ। ਫਸਟ 3 ਸਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਔਰ ਪੰਜਾਬ ਦੀ ਸਾਨੂੰ ਯਾਦ ਹੋਣੀ ਚਾਹੀਦੀ ਹੈ। ਇੱਕ ਅਸੀਂ ਕਹਿ ਦਿੰਦੇ ਹਾਂ ਕਿ ਹਰਿਆਣਾ ਦੀ, ਕਿਉਂਕਿ ਹਰਿਆਣਾ ਸਾਡਾ ਗਵਾਂਢੀ ਰਾਜ ਹੈ, ਤਾਂ ਹਰਿਆਣਾ ਦੇ ਵਿੱਚ ਵੀ ਸਾਡੇ ਨੇੜੇ ਤੇੜੀ ਹੈ 76.6%, ਆਲਮੋਸਟ ਸੇਮ ਹੀ ਹੈ। ਨੈਕਸਟ ਹੈ ਕਿ ਮੇਲ ਕਿੰਨੇ ਨੇ ਅਤੇ ਫੀਮੇਲ ਦੀ ਲਿਟਰੇਸੀ ਰੇਟ ਕਿੰਨੀ ਕਿੰਨੀ ਹੈ। 2001 ਦਾ ਦੇਖ ਲਈਏ ਅਸੀਂ ਅਤੇ 2011 ਦਾ ਦੇਖ ਲਈਏ। ਜੇ ਮੇਲ ਦੀ ਗੱਲ ਕਰਦੇ ਹਾਂ ਅਸੀਂ, ਮੇਲ, ਫੀਮੇਲ ਅਤੇ ਟੋਟਲ, ਇਸੇ ਤਰ੍ਹਾਂ ਇੱਥੇ ਵੀ ਮੇਲ, ਫੀਮੇਲ ਅਤੇ ਟੋਟਲ। ਉਸੇ ਤਰ੍ਹਾਂ ਅਸੀਂ ਇਹ ਵੀ ਦੇਖਾਂਗੇ ਕਿ ਇੰਡੀਆ 'ਚ ਵੀ ਕਿੰਨੀ ਹੈ, ਠੀਕ ਹੈ। ਪਰ ਇੱਥੇ ਜਿਹੜਾ ਹੈ ਮੇਨ ਸਾਡਾ ਕੰਸਨਟ੍ਰੇਸ਼ਨ ਆ ਉਹ ਰਹੇਗਾ ਪੰਜਾਬ ਦੇ ਉੱਪਰ। ਪੰਜਾਬ ਦੇ ਉੱਪਰ ਜੇ ਅਸੀਂ ਗੱਲ ਕਰੀਏ 2011 ਦੇ ਵਿੱਚ ਮੇਲ ਦੀ ਜਿਹੜੀ ਲਿਟਰੇਸੀ ਰੇਟ ਸੀ 81.5 ਸੀ, ਫੀਮੇਲ ਦੀ 71.3 ਸੀ, ਔਰ ਜੇ ਟੋਟਲ ਦੀ ਗੱਲ ਕਰੀਏ ਇਹਨਾਂ ਦੀ ਐਵਰੇਜ ਕੱਢਾਂਗੇ ਤਾਂ 76.7। ਔਰ ਜੇ 2011 ਦੀ ਗੱਲ ਕਰੀਏ ਤਾਂ ਮੇਲ ਦੀ 81 ਇਹ ਉਲਟਾ ਲਿਖ ਗਈ ਮੈਂ ਰਾਜੇ, ਥੋੜ੍ਹਾ ਇਹਨੂੰ ਕਲੀਅਰ ਕਰ ਲਿਓ। ਇਹ ਹੈਗੀ ਹੈ 2011 ਦੀ, ਔਰ ਇੱਥੇ ਹੈਗੀ ਹੈ 2001 ਦੀ। 2001 'ਚ ਕਿੰਨੀ ਸੀਗੀ 7.5.2 ਮੇਲ ਦੀ ਸੀ, ਔਰ ਫੀਮੇਲ ਦੀ ਸੀਗੀ 63.4, ਔਰ ਟੋਟਲ ਸੀਗੀ 69.7, ਠੀਕ ਹੈ। 69 ਤੋਂ 76 'ਤੇ ਚਲੇ ਗਏ, ਇੰਪਰੂਵ ਹੋ ਗਈ। ਇਹ 63 ਤੋਂ 71 'ਤੇ ਚਲੇ ਗਏ, ਇਹ ਵੀ ਇੰਪਰੂਵ ਹੋ ਗਈ। 75 ਤੋਂ 81 'ਤੇ ਚਲੇ ਗਏ, ਇਹ ਵੀ ਕੀ ਹੋ ਗਈ, ਇੰਪਰੂਵ ਹੋ ਗਈ। ਤਿੰਨੋਂ ਹੀ ਜਿਹੜੀਆਂ ਲਿਟਰੇਸੀ ਰੇਟਸ ਨੇ ਮੇਲ, ਫੀਮੇਲ ਅਤੇ ਟੋਟਲ, ਤਿੰਨੋਂ ਹੀ ਕੀ ਹੋਈਆਂ ਨੇ, ਇਨਕਰੀਜ਼ ਹੋਈਆਂ ਨੇ। ਇਹ ਪਰਸੈਂਟੇਜ ਦੇ ਵਿੱਚ ਹੁੰਦਾ ਰਹੇ, ਕਿੰਨੀ ਸਾਡੀ ਪਾਪੂਲੇਸ਼ਨ ਆ ਉਹ 'ਚੋਂ ਕਿੰਨੇ ਲੋਕ ਪੜ੍ਹੇ ਲਿਖੇ ਨੇ। ਉਸ ਤੋਂ ਬਾਅਦ ਹੈ ਰੂਰਲ ਐਂਡ ਅਰਬਨ ਲਿਟਰੇਸੀ ਰੇਟ 2011 ਦੇ ਵਿੱਚ। ਅਰਬਨ ਲਿਟਰੇਸੀ ਰੇਟ ਕਿੰਨੀ ਸੀ ਅਤੇ ਰੂਰਲ ਕਿੰਨੀ ਸੀ। 2011 'ਚ ਸੀਗੀ ਰਾਜੇ 83.7 ਅਤੇ ਇਹ ਸੀਗੀ 72.5। ਜੇ 2001 ਦੀ ਗੱਲ ਕਰੀਏ, 2001 'ਚ ਰੂਰਲ ਅਤੇ ਅਰਬਨ ਦੀ ਕਿੰਨੀ ਸੀ। ਰੂਰਲ ਦੀ ਸੀਗੀ ਜੀ ਸਾਡੇ ਕੋਲ 79.1,
ਔਰ ਰੂਰਲ ਦੀ ਸੀਗੀ 64.7 ਲਿਟਰੇਸੀ ਰੇਟ। ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਇਹਦੇ ਵਿੱਚ 1 ਬਾਏ 1 ਐਵੇਂ ਹੀ ਡਿਸਕਸ ਕਰਨੀਆਂ ਨੇ। ਔਰ ਇਸ ਤੋਂ ਇਲਾਵਾ ਅਸੀਂ ਡਿਸਟ੍ਰਿਕਟ ਲੈਵਲ 'ਤੇ ਵੀ ਪੰਜਾਬ ਦੇ ਵਿੱਚ ਦੇਖਾਂਗੇ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹੁਸ਼ਿਆਰਪੁਰ ਦੇ ਵਿੱਚ ਸੀ, ਠੀਕ ਹੈ। ਉਸ ਤੋਂ ਬਾਅਦ ਸਭ ਤੋਂ ਘੱਟ ਜਿਹੜੀ ਹੈਗੀ ਸੀ ਉਹ ਮਾਨਸਾ ਦੇ ਵਿੱਚ ਸੀ। ਜਿਹੜਾ ਹੈ ਹੁਸ਼ਿਆਰਪੁਰ ਦੇ ਵਿੱਚ ਸੀਗੀ 85.4% ਔਰ ਮਾਨਸਾ ਦੇ ਵਿੱਚ ਜਸਟ 62.8%, ਠੀਕ ਹੈ।